ਅਸੀਂ ਸ਼ੰਕਰ ਦੀ ਮੂਰਤੀ ਬਣਾਈ ਹੈ। ਉਸ ਵਿੱਚ ਅੱਧਾ ਪੁਰਸ਼ ਤੇ ਅੱਧੀ ਇਸਤਰੀ ਹੈ। ਅੱਧਾ ਅੰਗ ਪੁਰਸ਼ ਦਾ ਹੈ, ਅੱਧਾ ਅੰਗ ਇਸਤਰੀ ਦਾ ਹੈ। ਇਹ ਇਸ ਗਹਿਰੇ ਮਿਲਾਪ ਦੀ ਸੂਚਨਾ ਹੈ ਜੋ ਅਰਥ ਨਾਰੀਸ਼ਵਰ ਦਾ ਮਿਲਾਪ ਹੈ। ਇਹ ਹੁੰਦਾ ਹੈ ਕੈਲਾਸ਼ ਵਿੱਚ ਗੌਰੀ ਸ਼ੰਕਰ ਉੱਤੇ, ਉਹ ਜੋ ਤੁਹਾਡੇ ਅੰਦਰ ਸ੍ਰੇਸ਼ਟ ਤੋਂ ਸ੍ਰੇਸ਼ਟ ਸਿਖਰ ਹੈ ਹਿਮਾਲਿਆ ਦਾ। ਸਹਸਤਰਾਰ, ਕੈਲਾਸ਼, ਗੌਰੀ ਸ਼ੰਕਰ ਜੋ ਵੀ ਨਾਂ ਦੇ ਦਿਓ, ਉੱਥੇ ਮਿਲਾਪ ਵਾਪਰਦਾ ਹੈ। ਨੀਵੇਂ ਤੋਂ ਨੀਵਾਂ ਤਲ ਹੈ ਕਾਮ ਕੇਂਦਰ ਦਾ। ਉੱਥੇ ਤਾਂ ਪਸ਼ੂ ਵੀ ਮਿਲ ਲੈਂਦੇ ਨੇ, ਉੱਥੇ ਮਿਲਣਾ ਹੁੰਦਾ ਸੰਭੋਗ ਦਾ, ਸੈਕਸ ਦਾ। ਸ੍ਰੇਸ਼ਟ ਤੋਂ ਸ੍ਰੇਸ਼ਟ ਕੇਂਦਰ ਹੈ ਮਿਲਾਪ ਦਾ, ਸਮਾਧੀ ਦਾ। ਉੱਥੇ ਕਦੇ ਕੋਈ ਬੁੱਧ, ਕਦੇ ਕੋਈ ਮਹਾਵੀਰ ਆਪਣੇ ਅੰਦਰ ਦੀ ਇਸਤਰੀ ਜਾਂ ਆਪਣੇ ਅੰਦਰ ਦੇ ਪੁਰਸ਼ ਨੂੰ ਖੋਜ ਪਾਉਂਦਾ ਹੈ। ਜਿਸ ਦਿਨ ਇਹ ਘਟਨਾ ਵਾਪਰਦੀ ਹੈ ਉਸੇ ਦਿਨ ਬ੍ਰਹਮਚਰਜ ਹਾਸਲ ਹੁੰਦਾ ਹੈ, ਉਸ ਤੋਂ ਪਹਿਲਾਂ ਨਹੀਂ। ਜਦ ਅੰਦਰ ਦੀ ਇਸਤਰੀ ਮਿਲ ਗਈ ਤਾਂ ਫਿਰ ਬਾਹਰ ਦੀ ਇਸਤਰੀ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ। ਜਦ ਅੰਦਰ ਦਾ ਪੁਰਸ਼ ਮਿਲ ਗਿਆ ਤਦ ਫਿਰ ਬਾਹਰ ਦੇ ਪੁਰਸ਼ ਦੀ ਖੋਜ ਨਹੀਂ ਰਹਿ ਜਾਂਦੀ। ਜਦ ਇਹ ਮੇਲ ਨਹੀਂ ਹੁੰਦਾ ਤਦ ਤੱਕ ਇਹ ਖੋਜ ਜਾਰੀ ਰਹਿੰਦੀ ਹੈ। ਵੀਰਜ ਦਾ ਦੁਆਰ ਇਸ ਪ੍ਰਕਿਰਿਆ ਦਾ ਦੁਆਰ ਹੈ। ਕਿਵੇਂ ਅਸੀਂ ਆਪਣੇ ਅੰਦਰ ਛੁਪੀ ਹੋਈ ਜੀਵਨ ਊਰਜਾ ਨੂੰ ਮੁਕਤ ਕਰ ਲਈਏ ਵੀਰਜ ਗਣ ਤੋਂ। ਕਿਵੇਂ ਸਾਡੇ ਸਹਸਤਰਾਰ ਵਿੱਚ ਛੁਪੇ ਹੋਏ ਸਾਡੇ ਹੀ ਉਲਟ ਕੇਂਦਰ ਨਾਲ ਇਸ ਦਾ ਮਿਲਾਪ ਕਰਾ ਦਈਏ। ਇੱਕ ਮਿੱਤਰ ਨੇ ਸਵਾਲ ਪੁੱਛਿਆ ਹੈ, ਜਦੋਂ ਧਿਆਨ ਕਰਦੇ ਹਨ, ਕਿਰਿਆ ਧਿਆਨ ਕਰਦੇ ਨੇ ਤਾਂ ਕੁਝ ਸਮੇਂ ਦੇ ਲਈ ਉਹਨਾਂ ਦੀ ਕਾਮ ਵਾਸ਼ਨਾ ਬਿਲਕੁਲ ਛੁਪ ਜਾਂਦੀ ਹੈ। ਉਸ ਤੋਂ ਉਹਨਾਂ ਨੂੰ ਡਰ ਪੈਦਾ ਹੋ ਜਾਂਦਾ ਹੈ। ਪੁੱਛਿਆ ਕਿ ਕਾਮ ਵਾਸ਼ਨਾ ਅਲੋਪ ਹੋ ਜਾਂਦੀ ਹੈ, ਸ਼ਕਤੀ ਬਹੁਤ ਪ੍ਰਤੀਤ ਹੁੰਦੀ ਹੈ, ਚੇਸ਼ਟਾ ਵੀ ਕਰਨ ਤਾਂ ਕਾਮ ਕਰਨ ਵਿੱਚ ਨਹੀਂ ਉਤਰ ਸਕਦੇ ਓਨੇ ਸਮੇਂ ਦੇ ਲਈ। ਤਾਂ ਉਹਨਾਂ ਨੂੰ ਘਬਰਾਹਟ ਹੋ ਗਈ, ਕਿਤੇ ਉਹ ਇਸ ਤੋਂ ਕਿਸੇ ਨਪੁੰਸਕਤਾ ਵਿੱਚ ਨਾ ਪਹੁੰਚ ਜਾਣ, ਕੋਈ ਇੰਪੋਟੈਂਸੀ ਨਾ ਵਾਪਰ ਜਾਏ। ਸ਼ਕਤੀ ਬਹੁਤ ਹੁੰਦੀ ਹੈ, ਬਹੁਤ ਜਾਨ ਹੁੰਦੀ ਹੈ ਸ਼ਕਤੀ ਦੇ ਵਿੱਚ, ਜਿੰਨੀ ਕਦੇ ਵੀ ਨਹੀਂ ਹੋਈ ਸੀ, ਇੰਨੀ ਪੈਦਾ ਹੁੰਦੀ ਹੈ ਸ਼ਕਤੀ। ਪਰ ਕਾਮ ਕਰਮ ਵਿੱਚ ਨਹੀਂ ਉਤਰਿਆ ਜਾ ਸਕਦਾ ਉਸ ਵਕਤ। ਮੈਂ ਕਿਹਾ ਖੁਸ਼ਕਿਸਮਤ ਹੋ ਤੁਸੀਂ, ਡਰੋ ਨਾ ਤੁਸੀਂ। ਇਹੀ ਚਾਹੀਦਾ ਕਿ ਸ਼ਕਤੀ ਜ਼ਿਆਦਾ ਪ੍ਰਤੀਤ ਹੋਵੇ, ਕਾਮ ਕਰਮ ਵਿੱਚ ਨਾ ਉਤਰਿਆ ਜਾ ਸਕੇ। ਇਸ ਦਾ ਅਰਥ ਹੈ ਸ਼ਕਤੀ ਉੱਪਰ ਵੱਲ ਨੂੰ ਦੌੜਦੀ ਹੈ। ਇਸ ਲਈ ਕਾਮ ਕੇਂਦਰ ਨੂੰ ਸ਼ਕਤੀ ਪਹੁੰਚ ਨਹੀਂ ਪਾਉਂਦੀ। ਇਸ ਪ੍ਰਕਿਰਿਆ ਦਾ ਪੂਰਾ ਮਨੋਰਥ ਇਹੀ ਹੈ ਕਿ ਤੁਹਾਡੇ ਵੀਰਜ ਕਣ ਹੇਠਾਂ ਪਾਏ ਜਾਣ, ਵੀਰਜ ਕਣਾਂ ਤੋਂ ਵੀਰਜ ਊਰਜਾ ਮੁਕਤ ਹੋ ਜਾਵੇ, ਐਨਰਜੀ ਮੁਕਤ ਹੋ ਜਾਵੇ, ਉੱਪਰ ਵੱਲ ਨੂੰ ਦੌੜਨ ਲੱਗੇ। ਜਦ ਐਨਰਜੀ ਉੱਪਰ ਵੱਲ ਨੂੰ ਦੌੜਦੀ ਹੋਵੇਗੀ, ਊਰਜਾ ਉੱਪਰ ਦੀ ਤਰਫ ਜਾ ਰਹੀ ਹੋਵੇਗੀ, ਤਦ ਤੁਸੀਂ ਕਾਮ ਕੇਂਦਰ ਦਾ ਉਪਯੋਗ ਨਹੀਂ ਕਰ ਸਕਦੇ। ਤਦ ਕਾਮ ਕੇਂਦਰ ਅਸਲ ਵਿੱਚ ਨਪੁੰਸਕ ਹੋ ਜਾਂਦਾ ਹੈ, ਮਰ ਜਾਂਦਾ ਹੈ। ਪਰ ਇਹ ਸੁਭਾਗ ਹੈ ਜਿਸ ਨੂੰ ਮੰਨਣ ਵਾਲੇ ਸਾਧੂਆਂ ਦੀ ਇੱਕ ਸੰਪਰਦਾ ਹੈ। ਜਿਸਸ ਦੇ ਨਪੁੰਸਕ, ਬੜੀ ਮਿੱਠੀ ਗੱਲ ਹੈ ਕਿ ਤੁਹਾਨੂੰ ਪਤਾ ਹੈ ਬ੍ਰਹਮ ਨੂੰ ਅਸੀਂ ਨਪੁੰਸਕ ਲਿੰਗ ਵਿੱਚ ਲਿਖਿਆ ਹੈ। ਨਪੁੰਸਕ ਦਾ ਅਰਥ ਹੈ ਮਰਿਆ ਹੋਇਆ ਲਿੰਗ। ਬ੍ਰਹਮ ਨੂੰ ਅਸੀਂ ਨਾ ਪੁਰਸ਼ ਲਿੰਗ ਵਿੱਚ ਰੱਖਦੇ ਹਾਂ, ਨਾ ਇਸਤਰੀ ਲਿੰਗ ਵਿੱਚ। ਜਾਂ ਤਾਂ ਉਹ ਦੋਨੋਂ ਹੈ ਜਾਂ ਦੋਨੋਂ ਨਹੀਂ ਹੈ। ਇਸ ਲਈ ਬ੍ਰਹਮ ਨੂੰ ਅਸੀਂ ਇਸ ਮੁਲਕ ਵਿੱਚ ਨਪੁੰਸਕ ਲਿੰਗ ਵਿੱਚ ਲਿਖਿਆ ਹੈ, ਸੋਚ ਕੇ ਲਿਖਿਆ ਹੈ। ਨਪੁੰਸਕਤਾ ਦੋ ਤਰ੍ਹਾਂ ਦੀ ਹੈ। ਤੁਹਾਡੇ ਕੋਲ ਵੀਰਜ ਸ਼ਕਤੀ ਹੀ ਨਾ ਹੋਵੇ, ਇਹ ਨੀਵੀਂ ਤੋਂ ਨੀਵੀਂ ਹਾਲਤ ਹੈ। ਇੱਕ ਹੋਰ ਨਪੁੰਸਕਤਾ ਹੈ ਕਿ ਸਾਡੀ ਸ਼ਕਤੀ ਵਿਰਾਟ ਹੋਵੇ ਪਰ ਕਾਮ ਕੇਂਦਰ ਤੋਂ ਮੁਕਤ ਹੋ ਗਈ ਹੋਵੇ, ਉੱਪਰ ਦੀ ਯਾਤਰਾ 'ਤੇ ਨਿਕਲ ਗਈ ਹੋਵੇ। ਅਜਿਹੀ ਨਪੁੰਸਕਤਾ ਧੰਨ ਭਾਗ ਹੈ, ਕਿਉਂਕਿ ਉਹੀ ਬ੍ਰਹਮਚਰਜ ਹੈ। ਉਹੀ ਬ੍ਰਹਮਚਰਜ ਹੈ ਕਿ ਤੁਹਾਡੇ ਵਿੱਚ ਊਰਜਾ ਤਾਂ ਪੂਰੀ ਹੈ ਲੇਕਿਨ ਵਾਸ਼ਨਾ ਨਹੀਂ ਉੱਠਦੀ।
ਊਰਜਾ ਵਿਰਾਟ ਹੈ, ਬਹੁਤ ਜ਼ਿਆਦਾ ਹੈ, ਪਰ ਹੇਠਾਂ ਵੱਲ ਨੂੰ ਨਹੀਂ ਬਹਿ ਰਹੀ। ਭਾਵ ਕਿ ਤੁਹਾਡੇ ਅੰਦਰ ਕਾਮ ਊਰਜਾ ਨਹੀਂ ਉੱਠ ਰਹੀ। ਅਜਿਹਾ ਕਿਰਿਆ ਧਿਆਨ ਵਿੱਚ ਹੁੰਦਾ ਹੈ। ਉਸ ਮਿੱਤਰ ਨੇ ਇਹ ਵੀ ਪੁੱਛਿਆ ਕਿ ਸਮਝ ਵਿੱਚ ਨਹੀਂ ਆਉਂਦਾ ਕਿ ਹੂ ਦੀ ਆਵਾਜ਼ ਨਾਲ ਕਾਮ ਕੇਂਦਰ 'ਤੇ ਚੋਟ ਕਿਵੇਂ ਲੱਗਦੀ ਹੋਵੇਗੀ। ਉਹਨਾਂ ਨੇ ਪੁੱਛਿਆ ਕਿ ਸਾਹ ਤਾਂ ਨਾਭੀ ਤੱਕ ਹੀ ਜਾਂਦਾ ਹੈ, ਉਸ ਤੋਂ ਹੇਠਾਂ ਨਹੀਂ ਜਾਂਦਾ, ਤਾਂ ਫਿਰ ਇਸ ਸਾਹ ਵਿੱਚ ਹੂ ਦੀ ਪਰਤਵੀਂ ਆਵਾਜ਼ ਗੂੰਜਦੀ ਹੈ ਜੋ ਹੇਠਾਂ ਤੱਕ ਕਿਵੇਂ ਜਾਂਦੀ ਹੋਵੇਗੀ। ਬਹੁਤ ਗੱਲਾਂ ਹਨ। ਪਹਿਲੀ, ਤੁਸੀਂ ਸਾਹ ਸਿਰਫ ਨੱਕ ਰਾਹੀਂ ਨਹੀਂ ਲੈਂਦੇ ਹੋ, ਪੂਰੇ ਸਰੀਰ ਨਾਲ ਸਾਹ ਲੈਂਦੇ ਹੋ, ਰੋਮ ਰੋਮ ਨਾਲ ਸਾਹ ਲੈਂਦੇ ਹੋ। ਜੇ ਤੁਹਾਡੀ ਨੱਕ ਖੁੱਲ੍ਹੀ ਛੱਡ ਦਿੱਤੀ ਜਾਵੇ ਤੇ ਸਾਰੇ ਸਰੀਰ ਨੂੰ ਪੇਂਟ ਕਰਕੇ ਸਭ ਰੋਮ ਬੰਦ ਕਰ ਦਿੱਤੇ ਜਾਣ ਤਾਂ ਤੁਸੀਂ ਕਿੰਨਾ ਹੀ ਸਾਹ ਲਵੋ, 3 ਘੰਟੇ ਤੋਂ ਜ਼ਿਆਦਾ ਜਿਉਂਦੇ ਨਹੀਂ ਰਹਿ ਸਕਦੇ, ਕਿਉਂਕਿ ਸਾਹ ਤੁਸੀਂ ਸਭ ਥਾਵਾਂ ਤੋਂ ਲੈ ਰਹੇ ਹੋ। ਸਭ ਥਾਵਾਂ ਤੋਂ ਲੈਣਾ ਜ਼ਰੂਰੀ ਵੀ ਹੈ, ਕਿਉਂਕਿ ਤੁਹਾਡਾ ਰੋਮ ਰੋਮ ਜਿਉਂਦਾ ਹੈ, ਉਹ ਵੀ ਤਾਂ ਸਾਹ ਲੈ ਰਿਹਾ ਹੈ। ਤੁਹਾਡਾ ਪੂਰਾ ਸਰੀਰ ਸਾਹ ਲੈ ਰਿਹਾ ਹੈ। ਤੁਹਾਡੇ ਸਰੀਰ ਵਿੱਚ ਇੱਕ ਹੀ ਟੁਕੜਾ ਅਜਿਹਾ ਨਹੀਂ ਹੈ ਜੋ ਬਿਨਾਂ ਸਾਹ ਦੇ ਹੋਵੇ। ਜਦ ਹੂੰ ਦਾ ਹੰਕਾਰ ਤੁਸੀਂ ਕਰਦੇ ਹੋ ਤਾਂ ਉਹ ਹੰਕਾਰ ਸਿਰਫ ਤੁਹਾਡੇ ਹਿਰਦੇ ਵਿੱਚ, ਤੁਹਾਡੀ ਨਾਭੀ ਵਿੱਚ, ਜਿੱਥੋਂ ਤੱਕ ਤੁਹਾਡਾ ਸਾਹ ਜਾਂਦਾ ਹੈ ਉੱਥੋਂ ਤੱਕ ਹੀ ਨਹੀਂ ਗੂੰਜਦਾ। ਉਹ ਹੰਕਾਰ ਹੌਲੀ ਹੌਲੀ ਜਿੱਥੇ ਸਾਹ ਤੁਹਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ, ਰੋਮ ਰੋਮ ਤੱਕ, ਉੱਥੋਂ ਤੱਕ ਗੂੰਜ ਜਾਂਦੀ ਹੈ। ਜਿਵੇਂ ਸਾਹ ਰੋਮ ਰੋਮ ਵਿੱਚ ਛੁਪਿਆ ਹੈ, ਉਵੇਂ ਹੀ ਕਾਮ ਵਾਸ਼ਨਾ ਵੀ ਰੋਮ ਰੋਮ ਵਿੱਚ ਛੁਪੀ ਹੈ। ਕਾਮ ਕੇਂਦਰ 'ਤੇ ਇਕਾਗਰ ਹੈ, ਲੇਕਿਨ ਛੁਪੀ ਤਾਂ ਸਭ ਤਰਫ ਹੈ। ਸਰੀਰ ਵਿੱਚ ਸਿਰਫ ਕਾਮ ਕੇਂਦਰ ਹੀ ਨਹੀਂ ਹੈ, ਹੋਰ ਇਰੋਟਿਕ ਜ਼ੋਨਸ ਵੀ ਹਨ, ਹੋਰ ਅੰਗ ਵੀ ਹਨ ਸਰੀਰ ਦੇ ਜਿਹੜੇ ਕਾਮ ਉਤੇਜਨਾ ਨਾਲ ਭਰ ਜਾਂਦੇ ਨੇ। ਹਿੱਕ ਉਭਾਰ ਹੈ, ਉਹ ਵੀ ਕਾਮ ਉਤੇਜਨਾ ਨਾਲ ਭਰ ਜਾਂਦੇ ਨੇ। ਕਾਮ ਵੀ ਕਾਮ ਕੇਂਦਰ 'ਤੇ, ਉੱਥੇ ਸਭ ਤੋਂ ਵੱਧ ਹੈ, ਲੇਕਿਨ ਫੈਲਿਆ ਪੂਰੇ ਸਰੀਰ ਵਿੱਚ। ਜਿਵੇਂ ਸਾਹ ਫੈਲਿਆ ਹੈ, ਐਵੇਂ ਕਾਮ ਵਾਸ਼ਨਾ ਵੀ ਫੈਲੀ ਹੋਈ ਹੈ। ਜਦ ਤੁਸੀਂ ਚੋਟ ਕਰਦੇ ਹੋ ਹੰਕਾਰ ਦੀ, ਤਾਂ ਇਹ ਹੰਕਾਰ ਦੀ ਚੋਟ ਜਿੱਥੇ ਜਿੱਥੇ ਸਾਹ ਜਾਂਦਾ ਹੈ ਉੱਥੇ ਉੱਥੇ ਤੱਕ ਫੈਲ ਜਾਂਦੀ ਹੈ। ਤੁਹਾਡੇ ਅੰਦਰ ਜਿੱਥੇ ਜਿੱਥੇ ਬਾਜੂ ਹੈ ਉੱਥੇ ਉੱਥੇ ਆਵਾਜ਼ ਗੂੰਜ ਜਾਂਦੀ ਹੈ, ਫੈਲ ਜਾਂਦੀ ਹੈ। ਇਸੇ ਲਈ ਤਾਂ ਇੰਨਾ ਝੁਕਾਅ ਹੈ ਮੇਰਾ ਕਿ ਬਹੁਤ ਜ਼ੋਰ ਨਾਲ ਕਰਨਾ, ਜ਼ਰਾ ਵੀ ਇੱਕ ਹਿੱਸਾ ਵੀ ਇਸ ਆਵਾਜ਼ ਤੋਂ ਵਾਂਝਾ ਨਾ ਰਹਿ ਜਾਏ। ਤੁਹਾਡੇ ਸਾਰੇ ਸਰੀਰ ਦੀ ਕਾਮ ਊਰਜਾ ਉੱਤੇ ਚੋਟ ਪੈ ਜਾਵੇ, ਥਾਂ ਥਾਂ ਤੋਂ ਕਾਮ ਊਰਜਾ ਇਸ ਚੋਟ ਨਾਲ ਮੁਕਤ ਹੋਣ ਲੱਗੇ। ਇਹ ਹੈਮਰਿੰਗ ਹੈ, ਹਥੌੜੇ ਦੀ ਤਰ੍ਹਾਂ ਹੈ। ਅਸੀਂ ਬੀਜ ਨੂੰ ਤੋੜ ਰਹੇ ਹਾਂ, ਅੰਦਰ ਤਾਂ ਬੀਜ ਉੱਥੇ ਹੀ ਪਿਆ ਰਹਿ ਜਾਵੇ, ਬੀਜ ਦੀ ਊਰਜਾ ਮੁਕਤ ਹੋ ਜਾਵੇ। ਊਰਜਾ ਦਾ ਨਿਯਮ ਹੈ ਕਿ ਮੁਕਤ ਹੁੰਦਿਆਂ ਹੀ ਊਰਜਾ ਉੱਪਰ ਵੱਲ ਨੂੰ ਦੌੜਦੀ ਹੈ। ਊਰਜਾ ਦੌੜਦੀ ਹੀ ਉੱਪਰ ਦੀ ਤਰਫ ਹੈ, ਜਿਵੇਂ ਅੱਗ ਦੀ ਲਾਟ ਉੱਪਰ ਦੀ ਤਰਫ ਦੌੜਦੀ ਹੈ। ਸਭ ਊਰਜਾਵਾਂ ਉੱਪਰ ਦੀ ਤਰਫ ਹੀ ਦੌੜਦੀਆਂ। ਸਭ ਪਦਾਰਥ ਹੇਠਾਂ ਵੱਲ ਨੂੰ ਡਿੱਗਦਾ ਹੈ, ਕਿਉਂਕਿ ਪਦਾਰਥ ਉੱਤੇ ਗ੍ਰੈਵੀਟੇਸ਼ਨ ਦਾ, ਧਰਤੀ ਦੀ ਖਿੱਚ ਦਾ ਅਸਰ ਪੈਂਦਾ ਹੈ। ਊਰਜਾ ਉੱਤੇ ਇਸ ਖਿੱਚ ਸ਼ਕਤੀ ਦਾ ਕੋਈ ਅਸਰ ਨਹੀਂ ਪੈਂਦਾ। ਜਦ ਅਜਿਹਾ ਹੋਣ ਲੱਗੇ, ਤੁਹਾਡੀ ਕਾਮ ਵਾਸ਼ਨਾ ਲੱਗੇ ਕਿ ਨਹੀਂ ਉੱਠਦੀ, ਤਾਂ ਪ੍ਰਭੂ ਨੂੰ ਧੰਨਵਾਦ ਦੇਣਾ, ਚਿੰਤਾ ਨਾ ਲੈਣਾ। ਚਿੰਤਾ ਤੋਂ ਡਰ ਕੇ ਧਿਆਨ ਕਰਨ ਤੋਂ ਰੁਕ ਨਾ ਜਾਣਾ। ਛੇਤੀ ਅੰਦਰ ਸਮਾਧੀ ਵਾਪਰੇਗੀ। ਤਦੇ ਪਤਾ ਲੱਗੇਗਾ ਕਿ ਜਿਸ ਸ਼ਕਤੀ ਤੋਂ ਸਮਾਧੀ ਮਿਲ ਸਕਦੀ ਸੀ, ਉਸ ਨੂੰ ਅਸੀਂ ਸੰਭੋਗ ਵਿੱਚ ਵਿਅਰਥ ਖੋਂਦੇ ਸੀ। ਲੇਕਿਨ ਜਦ ਤੱਕ ਉਹ ਨਹੀਂ ਮਿਲੀ, ਤਦ ਤੱਕ ਸੰਭੋਗ ਹੀ ਸਮਾਧੀ ਜਾਣਨੀ ਪੈਂਦੀ ਹੈ।
ਜਦ ਉਹ ਮਿਲੇਗੀ ਤਦੇ ਤੁਲਨਾ ਹੋ ਸਕਦੀ ਹੈ। ਬੁੱਧ ਅਤੇ ਮਹਾਵੀਰ ਜੇਕਰ ਤੁਹਾਡੇ ਉੱਤੇ ਦਇਆ ਨਾਲ ਭਰ ਜਾਂਦੇ ਹਨ ਤਾਂ ਉਸ ਦਇਆ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਹੀਰੇ ਖੋ ਰਹੇ ਹੋ, ਬਦਲੇ ਵਿੱਚ ਕੁਝ ਵੀ ਨਹੀਂ ਪਾ ਰਹੇ ਹੋ, ਨਾ ਦੇ ਬਰਾਬਰ। ਇਹਨਾਂ ਹੀਰਿਆਂ ਨਾਲ ਉਹ ਖਰੀਦਿਆ ਜਾ ਸਕਦਾ ਹੈ ਜੋ ਫਿਰ ਕਦੇ ਨਹੀਂ ਖੋਏਗਾ। ਮਨੁੱਖ ਦੀ ਜ਼ਿੰਦਗੀ ਵਿੱਚ ਜੋ ਉੱਚੀ ਤੋਂ ਉੱਚੀ ਯਾਤਰਾ ਹੈ ਉਹ ਸੰਭੋਗ ਤੋਂ ਸਮਾਧੀ ਵੱਲ ਨੂੰ ਹੈ। ਜਦ ਤੱਕ ਅਸੀਂ ਸੰਭੋਗ ਤੋਂ ਸਮਾਧੀ ਵੱਲ ਨਹੀਂ ਪਹੁੰਚ ਜਾਂਦੇ ਤਦ ਤੱਕ ਮੰਜ਼ਿਲ ਨਹੀਂ ਮਿਲਦੀ, ਤਦ ਤੱਕ ਅਸੀਂ ਸਭ ਭਟਕ ਜਾਵਾਂਗੇ, ਭਟਕ ਰਹੇ ਹਾਂ। ਹੁਣ ਅਸੀਂ ਇਸ ਸੂਤਰ ਨੂੰ ਲਈਏ। ਛੇਵਾਂ ਦਵਾਰ ਧਿਆਨ ਦਵਾਰ ਸੰਗਮਰਮਰ ਦੇ ਕਲਸ਼ ਜਿਹਾ ਹੈ, ਸਫੈਦ ਅਤੇ ਪਾਰਦਰਸ਼ੀ। ਉਸ ਦੇ ਅੰਦਰ ਇੱਕ ਸਵਰਨ ਅਗਨੀ ਬਲਦੀ ਹੈ। ਉਹ ਸੂਰਜ ਦੀ ਲਾਟ ਹੈ ਜੋ ਆਤਮਾ ਚੋਂ ਨਿਕਲਦੀ ਹੈ। ਵੀਰਜ ਮੁਕਤ ਹੋ ਜਾਵੇ ਕਾਮ ਕੇਂਦਰ ਤੋਂ ਤਾਂ ਧਿਆਨ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਅਸੀਂ ਉੱਪਰ ਵੱਲ ਵੱਧਦੇ ਹਾਂ ਉਵੇਂ ਉਵੇਂ ਧਿਆਨ ਹੋਣ ਲੱਗਦਾ ਹੈ। ਸੰਭੋਗ ਵਿੱਚ ਵੀ ਧਿਆਨ ਹੁੰਦਾ ਹੈ। ਸ਼ਾਇਦ ਇਸ ਲਈ ਸਾਡੇ ਮਨ ਵਿੱਚ ਸੰਭੋਗ ਦੀ ਇੰਨੀ ਜ਼ੋਰਦਾਰ ਚਾਹਨਾ ਹੈ। ਉਹ ਧਿਆਨ ਦੀ ਹੀ ਖੋਜ ਹੈ। ਸਾਨੂੰ ਪਤਾ ਨਹੀਂ ਹੈ, ਇਸ ਲਈ ਪਹਿਲੇ ਦਵਾਰ ਨੂੰ ਅਸੀਂ ਸਭ ਕੁਝ ਸਮਝ ਲੈਂਦੇ ਹਾਂ। ਸੰਭੋਗ ਧਿਆਨ ਦੀ ਪਹਿਲੀ ਘਟਨਾ ਹੈ, ਨੀਵੀਂ ਤੋਂ ਨੀਵੀਂ ਘਟਨਾ ਹੈ ਪਰ ਧਿਆਨ ਦੀ ਹੀ। ਫਿਰ ਜਿਵੇਂ ਜਿਵੇਂ ਵੀਰਜ ਊਰਜਾ ਇੱਕ ਕੇਂਦਰ ਤੋਂ ਦੂਜੇ ਕੇਂਦਰ ਵਿੱਚ ਉੱਠਦੀ ਹੈ ਧਿਆਨ ਹੋਰ ਗਹਿਰਾ ਹੋ ਜਾਂਦਾ ਹੈ। ਤੀਜੇ ਕੇਂਦਰ ਵਿੱਚ ਹੋਰ ਗਹਿਰਾ ਹੋ ਜਾਂਦਾ ਹੈ, ਚੌਥੇ ਕੇਂਦਰ ਵਿੱਚ ਹੋਰ ਗਹਿਰਾ ਹੋ ਜਾਂਦਾ ਹੈ, ਗਹਿਰਾ ਹੁੰਦਾ ਜਾਂਦਾ ਹੈ, ਗਹਿਰਾ ਹੁੰਦਾ ਜਾਂਦਾ ਹੈ। ਪੰਜਵੇਂ ਕੇਂਦਰ ਤੋਂ ਧਿਆਨ ਦੀ ਲਾਟ ਬਹੁਤ ਸਾਫ਼ ਹੋ ਜਾਂਦੀ ਹੈ। ਪੰਜਵਾਂ ਕੇਂਦਰ ਆਗਿਆ ਚੱਕਰ ਹੈ, ਜਿਸ ਨੂੰ ਮੈਂ ਤੀਸਰਾ ਨੇਤਰ ਕਹਿੰਦਾ ਹਾਂ। ਉਸ ਨੂੰ ਰਗੜਨਾ ਉਹ ਪੰਜਵਾਂ ਕੇਂਦਰ ਹੈ। ਜਦ ਕਾਮ ਦੀ ਊਰਜਾ ਉੱਥੇ ਪਹੁੰਚਦੀ ਹੈ ਤਾਂ ਬੜੀ ਉੱਜਲ ਹੁੰਦੀ ਹੈ। ਪੂਰਨ ਉੱਜਲਤਾ ਤਾਂ ਸੱਤਵੇਂ ਦਵਾਰ 'ਤੇ ਆਉਂਦੀ ਹੈ। ਧਿਆਨ ਦਾ ਦਵਾਰ ਹੈ ਸੰਗਮਰਮਰ ਦੇ ਕਲਸ਼ ਜਿਹਾ, ਸਫੇਦ ਤੇ ਪਾਰਦਰਸ਼ੀ। ਉਸ ਦੇ ਅੰਦਰ ਇੱਕ ਸਰਵਣ ਅਗਨੀ ਬਲਦੀ ਹੈ। ਉਹ ਸੂਰਜ ਦੀ ਲਾਟ ਹੈ ਜੋ ਆਤਮਾ ਚੋਂ ਨਿਕਲਦੀ ਹੈ। ਗਿਆਨ ਸ਼ਾਸਤਰ ਵਿੱਚ ਨਹੀਂ, ਸ਼ਬਦ ਵਿੱਚ ਨਹੀਂ, ਗਿਆਨ ਹੈ ਤੁਹਾਡੇ ਅੰਦਰ ਛੁਪੇ ਧਿਆਨ ਦੇ ਕਲਸ਼ ਵਿੱਚ। ਉਸ ਗਿਆਨ ਦਾ ਨਾਂ ਸੂਝ ਹੈ। ਉਹ ਜੋ ਲਾਟ ਅੰਦਰ ਬਲ ਰਹੀ ਹੈ ਧਿਆਨ ਦੇ ਕਲਸ਼ ਵਿੱਚ। ਧਿਆਨ ਪਾਰਦਰਸ਼ੀ ਕਲਸ਼ ਹੈ, ਸ਼ੁੱਧ ਸੰਗਮਰਮਰ ਦਾ। ਬਾਹਰ ਵੀ ਉਸ ਦੀਆਂ ਕਿਰਨਾਂ ਦਿਖਾਈ ਪੈਂਦੀਆਂ ਹਨ। ਜਿਹੜੇ ਲੋਕ ਧਿਆਨ ਨੂੰ ਪਹੁੰਚਦੇ ਹਨ ਉਹਨਾਂ ਦੇ ਸ਼ਬਦਾਂ ਵਿੱਚ, ਉਹਨਾਂ ਦੀ ਬਾਣੀ ਵਿੱਚ, ਉੱਠਣ ਬੈਠਣ ਵਿੱਚ ਵੀ ਸੂਝ ਦੀ ਝਲਕ ਆਉਣ ਲੱਗਦੀ ਹੈ। ਉਹ ਜੋ ਛੁਪਿਆ ਹੈ ਬਾਹਰ ਵੀ ਵਗਣ ਲੱਗਦਾ ਹੈ। ਤੂੰ ਹੀ ਉਹ ਕਲਸ਼ ਹੈ, ਧਿਆਨ ਦਾ ਉਹ ਕਲਸ਼ ਤੂੰ ਹੈ। ਹੁਣ ਤੂੰ ਖੁਦ ਨੂੰ ਇੰਦਰੀਆਂ ਦੇ ਵਿਸ਼ਿਆਂ ਨਾਲੋਂ ਤੋੜ ਲਿਆ ਹੈ। ਤੂੰ ਦਰਸ਼ਨ ਪੰਧ ਅਤੇ ਸਰਵਣ ਪੰਧ ਦੀ ਯਾਤਰਾ ਕਰ ਲਈ ਹੈ। ਹੁਣ ਤੂੰ ਗਿਆਨ ਦੇ ਪ੍ਰਕਾਸ਼ ਵਿੱਚ ਖੜਾ ਹੈ। ਹੁਣ ਤੂੰ ਤਿਤਕਸ਼ਾ ਦੀ ਅਵਸਥਾ ਨੂੰ ਪਹੁੰਚ ਗਿਆ ਹੈ। ਵੀਰਜ ਦੇ ਪੰਜਵੇਂ ਦਵਾਰ ਦੇ ਬਾਅਦ ਇਹ ਘਟਨਾਵਾਂ ਆਪਣੇ ਆਪ ਵਾਪਰ ਜਾਂਦੀਆਂ ਹਨ। ਇਹ ਉਸ ਦੇ ਨਤੀਜੇ ਹਨ ਕਿ ਵਿਅਕਤੀ ਇੰਦਰੀਆਂ ਨਾਲੋਂ ਟੁੱਟ ਜਾਂਦਾ ਹੈ। ਇੰਦਰੀਆਂ ਨਾਲ ਸਾਡਾ ਜੋੜ ਸੰਭੋਗ ਦੀ ਚਾਹਨਾ ਦੇ ਕਾਰਨ ਹੈ। ਕਾਮ ਵਾਸ਼ਨਾ ਸਾਡੀਆਂ ਇੰਦਰੀਆਂ ਅਤੇ ਸਾਡੇ ਦਰਮਿਆਨ ਜੋੜ ਹੈ। ਜਦ ਕਾਮ ਵਾਸ਼ਨਾ ਮੁਕਤ ਹੋ ਜਾਂਦੀ ਹੈ ਤਾਂ ਇੰਦਰੀਆਂ ਨਾਲੋਂ ਸਾਡਾ ਸੰਬੰਧ ਟੁੱਟ ਜਾਂਦਾ ਹੈ। ਹੱਥ ਨਾਲ ਮੇਰਾ ਕੀ ਸੰਬੰਧ ਹੈ? ਮੇਰਾ ਹੱਥ ਨਾਲ ਸੰਬੰਧ ਦੋ ਤਰ੍ਹਾਂ ਦਾ ਹੈ। ਇੱਕ ਤਾਂ ਉਹ ਹੈ ਜੋ ਮੇਰੇ ਹੱਥ ਦੀ ਹੱਡੀ ਟੁੱਟ ਜਾਵੇ, ਫ੍ਰੈਕਚਰ ਹੋ ਜਾਵੇ ਤਾਂ ਡਾਕਟਰ ਜਾਣਦਾ ਹੈ ਕੀ ਸੰਬੰਧ ਹੈ। ਉਹ ਹੱਡੀ ਨੂੰ ਫਿਰ ਜੋੜ ਦੇਵੇਗਾ। ਉਹ ਮੇਰਾ ਦੇਹ ਦਾ ਦੇਹ ਨਾਲ ਸੰਬੰਧ ਹੈ। ਇੱਕ ਹੋਰ ਸੰਬੰਧ ਹੈ ਮੇਰੇ ਹੱਥ ਦਾ ਜੋ ਅਸਲੀ ਸੰਬੰਧ ਹੈ, ਜਿਸ ਨੂੰ ਕੋਈ ਡਾਕਟਰ ਨਹੀਂ ਜੋੜ ਸਕਦਾ।
ਕੋਈ ਡਾਕਟਰ ਤੋੜ ਨਹੀਂ ਸਕਦਾ। ਉਹ ਸੰਬੰਧ ਹੈ ਮੇਰੇ ਛੂਹਣ ਦੀ ਵਾਸ਼ਨਾ। ਇਹ ਹੱਥ ਨਾਲ ਮੈਂ ਛੂਹਦਾ। ਹੱਥ ਨਾਲ ਮੇਰੇ ਦੋ ਸੰਬੰਧ ਹਨ। ਇੱਕ ਮੇਰਾ ਦੇਹ ਦਾ ਸੰਬੰਧ ਹੈ ਕਿ ਹੱਡੀਆਂ ਨਾਲ ਹੱਡੀਆਂ ਜੁੜੀਆਂ ਹਨ, ਤਾਂ ਉਹ ਜੰਤਰਿਕ ਹੈ। ਇੱਕ ਹੋਰ ਸੰਬੰਧ ਹੈ ਮੇਰੇ ਛੂਹਣ ਦੀ ਵਾਸ਼ਨਾ ਦਾ। ਅਸਲ ਵਿੱਚ ਉਸ ਦੇ ਕਾਰਨ ਹੀ ਮੈਂ ਹੱਥ ਨਾਲ ਜੁੜਿਆ। ਜਿਸ ਦਿਨ ਮੇਰੇ ਛੂਹਣ ਦੀ ਵਾਸ਼ਨਾ ਪੂਰੀ ਤਰ੍ਹਾਂ ਖਤਮ ਹੋ ਜਾਵੇ, ਉਸ ਦਿਨ ਹੱਥ ਨਾਲ ਮੈਂ ਨਹੀਂ ਜੁੜਿਆ। ਹੱਥ ਭਾਵੇਂ ਮੇਰੇ ਨਾਲ ਜੁੜਿਆ ਹੋਵੇ। ਜੋ ਹੱਥ ਦੇ ਸੰਬੰਧ ਵਿੱਚ ਸਹੀ ਹੈ, ਉਹ ਸਭ ਇੰਦਰੀਆਂ ਦੇ ਸੰਬੰਧ ਵਿੱਚ ਸਹੀ ਹੈ। ਜਨਨ ਇੰਦਰੀ ਨਾਲ ਤੁਸੀਂ ਜੁੜੇ ਹੋ, ਚਮੜੀ ਨਾਲ, ਹੱਡੀਆਂ ਨਾਲ, ਉਹ ਜੁਦਾ ਗੱਲ ਹੈ। ਗਹਿਰਾ ਜੋੜ ਤਾਂ ਤੁਹਾਡੀ ਕਾਮ ਵਾਸ਼ਨਾ ਦਾ ਹੈ। ਇਸ ਲਈ ਤੁਸੀਂ ਕਦੇ ਖਿਆਲ ਕੀਤਾ ਹੈ, ਮਨ ਵਿੱਚ ਕਾਮ ਦਾ ਵਿਚਾਰ ਉੱਠਿਆ ਤਾਂ ਜਨਨ ਇੰਦਰੀਆਂ ਉਸੇ ਵੇਲੇ ਭਖ ਜਾਂਦੀਆਂ ਨੇ। ਮਨ ਵਿੱਚ ਵਿਚਾਰ ਉੱਠਿਆ ਨਹੀਂ, ਜਨਨ ਇੰਦਰੀਆਂ ਪ੍ਰਭਾਵਿਤ ਨਹੀਂ ਹੋਈਆਂ। ਇੱਕ ਵਿਚਾਰ ਦਾ ਜੋੜ ਹੈ ਅੰਦਰ, ਵਾਸ਼ਨਾ ਦਾ ਜੋੜ ਹੈ ਅੰਦਰ। ਉਹ ਵਾਸ਼ਨਾ ਦਾ ਜੋੜ ਜਿਵੇਂ ਹੀ ਊਰਜਾ ਉੱਪਰ ਉੱਠਣੀ ਸ਼ੁਰੂ ਹੁੰਦੀ ਹੈ, ਟੁੱਟਦਾ ਜਾਂਦਾ ਹੈ। ਫਿਰ ਹੱਥ ਰਹਿ ਜਾਂਦਾ ਹੈ, ਪਰ ਛੂਹਣ ਦੀ ਵਾਸ਼ਨਾ ਨਹੀਂ ਰਹਿ ਜਾਂਦੀ। ਤਾਂ ਤੁਸੀਂ ਚੀਜ਼ਾਂ ਚੁੱਕ ਸਕਦੇ ਹੋ, ਛੂਹ ਵੀ ਸਕਦੇ ਹੋ, ਲੇਕਿਨ ਛੂਹਣ ਦੀ ਕਾਮਨਾ ਛੁਪਨ ਹੋ ਜਾਂਦੀ ਹੈ। ਚੀਜ਼ਾਂ ਛੂਹੀਆਂ ਜਾਣਗੀਆਂ, ਪਰ ਛੂਹਣ ਦਾ ਕੋਈ ਮੋਹ, ਕੋਈ ਪਾਗਲਪਨ ਤੁਹਾਡੇ ਅੰਦਰ ਨਹੀਂ ਹੋਵੇਗਾ। ਇੰਦਰੀਆਂ ਦਾ ਤੁਸੀਂ ਉਪਯੋਗ ਕਰ ਸਕੋਗੇ, ਲੇਕਿਨ ਇੰਦਰੀਆਂ ਹੁਣ ਤੁਹਾਡੀਆਂ ਗੁਲਾਮ ਨਹੀਂ ਹਨ, ਮਾਲਕ ਨਹੀਂ ਹਨ। ਇਹ ਘਟਨਾ ਤਦੇ ਵਾਪਰ ਸਕਦੀ ਹੈ ਜਦ ਤੁਸੀਂ ਧਿਆਨ 'ਚ ਗਹਿਰੇ ਉਤਰੋਗੇ। ਇਸ ਨੂੰ ਕੋਈ ਉਲਟੇ ਢੰਗ ਨਾਲ ਵਰਤਣਾ ਚਾਹੇ ਤਾਂ ਮੁਸ਼ਕਿਲ ਵਿੱਚ ਪੈ ਜਾਂਦਾ ਹੈ। ਕੋਈ ਇਸ ਡਰੋਂ ਕਿ ਹੱਥ ਵਿੱਚ ਛੂਹਣ ਦੀ ਵਾਸ਼ਨਾ ਹੈ, ਇਸ ਲਈ ਹੱਥ ਨੂੰ ਕੱਟ ਸੁੱਟੋ। ਅੱਖਾਂ ਵਿੱਚ ਸੁਹੱਪਣ ਦੇਖਣ ਦੀ ਵਾਸ਼ਨਾ ਹੈ, ਇਹਨਾਂ ਨੂੰ ਭੰਨ ਸੁੱਟੋ। ਇਹ ਵੀ ਲੋਕ ਕਰਦੇ ਹਨ, ਪਾਗਲਪਨ ਕਰਦੇ ਹਨ, ਕਿਉਂਕਿ ਅੱਖਾਂ ਭੰਨ ਸੁੱਟਣ ਨਾਲ ਉਹ ਜੋ ਦੇਖਣ ਦੀ ਵਾਸ਼ਨਾ ਸੀ ਉਹ ਛੁੱਟੇਗੀ ਨਹੀਂ। ਅੰਨੀਆਂ ਅੱਖਾਂ ਦੇ ਅੰਦਰ ਵੀ ਉਹ ਖੜੀ ਰਹੇਗੀ, ਫੁੱਟੀਆਂ ਅੱਖਾਂ ਦੇ ਅੰਦਰ ਵੀ ਉਹ ਖੜੀ ਰਹੇਗੀ। ਤੁਸੀਂ ਅੱਖਾਂ ਬੰਦ ਕਰ ਲਵੋ, ਇਸ ਨਾਲ ਕੀ ਹੁੰਦਾ ਹੈ? ਸੁਪਨੇ ਤੁਸੀਂ ਦੇਖੋਗੇ, ਜੋ ਬਾਹਰ ਦੇਖਦੇ ਸੀ ਉਹ ਹੁਣ ਅੰਦਰ ਦੇਖਣ ਲੱਗ ਗਏ। ਸਾਰਾ ਸੰਸਾਰ ਅੰਦਰ ਆ ਜਾਏਗਾ। ਜੇ ਸੁੰਦਰ ਇਸਤਰੀ ਨੂੰ ਦੇਖਣ ਦੀ ਕਾਮਨਾ ਸੀ, ਅੱਖ ਭੰਨ ਲਈ ਇਸ ਡਰੋਂ ਕਿ ਨਾ ਹੋਵੇਗੀ ਅੱਖ, ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ। ਇੰਨਾ ਆਸਾਨ ਨਹੀਂ ਬੰਸਰੀ ਦਾ ਬੰਦ ਹੋਣਾ। ਬਾਂਸ ਦੀ ਵਜ੍ਹਾ ਨਾਲ ਬੰਸਰੀ ਵੱਜਦੀ ਹੀ ਨਹੀਂ। ਬੰਸਰੀ ਵੱਜਦੀ ਹੈ ਅੰਦਰ ਕਿਸੇ ਰਾਗ ਦੀ ਵਜ੍ਹਾ ਨਾਲ। ਬਾਂਸ ਨਹੀਂ ਹੋਵੇਗਾ ਤਾਂ ਕਿਤੇ ਹੋਰ ਵੱਜੇਗੀ, ਕਿਸੇ ਹੋਰ ਢੰਗ ਨਾਲ ਵੱਜੇਗੀ। ਜੇ ਬਾਂਸ ਨਹੀਂ ਹੋਵੇਗਾ ਤਾਂ ਬਾਹਰ ਪ੍ਰਗਟ ਨਹੀਂ ਹੋਵੇਗੀ, ਅੰਦਰ ਹੀ ਵੱਜਦੀ ਰਹੇਗੀ। ਬਾਂਸ ਨਾਲ ਬੰਸਰੀ ਵੱਜਦੀ ਹੁੰਦੀ ਤਾਂ ਬੜੀ ਆਸਾਨ ਗੱਲ ਸੀ, ਬਾਂਸ ਨੂੰ ਤੋੜ ਦਿੰਦੇ। ਬੰਸਰੀ ਦਾ ਵੱਜਣਾ ਵੀ ਟੁੱਟ ਜਾਂਦਾ। ਬਾਂਸ ਨੂੰ ਅਸੀਂ ਉਠਾਉਂਦੇ ਹੀ ਇਸ ਲਈ ਹੈ ਕਿ ਬੰਸਰੀ ਬਣਾਉਂਦੇ ਹੀ ਇਸ ਲਈ ਹੈ ਕਿ ਅੰਦਰ ਉਹ ਵੱਜ ਰਹੀ ਹੈ, ਪਹਿਲਾਂ ਤੋਂ ਹੀ ਉਸ ਨੂੰ ਪ੍ਰਗਟ ਕਰਨਾ ਹੈ। ਇੰਦਰੀਆਂ ਬਾਂਸ ਦੀਆਂ ਪਰੋਈਆਂ ਹਨ। ਅੰਦਰ ਜੋ ਰਸ ਵਾਸ਼ਨਾ ਦਾ ਵਗ ਰਿਹਾ ਹੈ ਉਹ ਅਸਲੀ ਚੀਜ਼ ਹੈ। ਬਾਂਸ ਨੂੰ ਤੋੜਨ ਵਿੱਚ ਲੱਗ ਨਾ ਜਾਣਾ, ਨਾ ਸਮਝ ਉਸ ਵਿੱਚ ਲੱਗਦੇ ਨੇ। ਅੰਦਰ ਦੇ ਰਸ ਨੂੰ ਮੁਕਤ ਕਰਨ ਵਿੱਚ ਲੱਗਣਾ। ਬੰਸਰੀ ਪਈ ਰਹਿ ਜਾਏਗੀ, ਵੱਜਣਾ ਬੰਦ ਹੋ ਜਾਏਗਾ। ਬੁੱਲਾਂ 'ਤੇ ਹੀ ਰੱਖੀ ਰਹੇ ਬੰਸਰੀ ਤਾਂ ਵੱਜਣਾ ਬੰਦ ਹੋ ਜਾਏਗਾ। ਸੂਤਰ ਕਹਿੰਦਾ ਹੈ ਕਿ ਤੂੰ ਇੱਥੋਂ ਤੱਕ ਪਹੁੰਚ ਕੇ, ਬੀਰਜ ਦੇ ਰਾਹ ਤੱਕ ਪਹੁੰਚ ਕੇ ਦਰਸ਼ਨ ਪੰਧ, ਸਰਵਣ ਪੰਧ ਦੀ ਯਾਤਰਾ ਕਰ ਲਈ। ਜੋ ਵੀ ਦੇਖਣ ਯੋਗ ਸੀ ਉਹ ਦੇਖ ਲਿਆ, ਜੋ ਵੀ ਸੁਣਨ ਯੋਗ ਸੀ ਉਹ ਸੁਣ ਲਿਆ। ਉਹ ਅੰਦਰ ਦੇ ਸੰਬੰਧ ਵਿੱਚ ਹੈ। ਜਿਹੜਾ ਵੀਰਜ ਦੇ ਦਵਾਰ 'ਤੇ ਪਹੁੰਚ ਗਿਆ, ਉਸ ਨੇ ਜੋ ਵੀ ਦੇਖਣ ਯੋਗ ਸੀ
ਅੰਦਰ ਦੇ ਜਗਤ ਵਿੱਚ ਉਹ ਦੇਖ ਲਿਆ, ਜੋ ਵੀ ਸੁਣਨ ਯੋਗ ਸੀ ਉਹ ਸੁਣ ਲਿਆ। ਹੁਣ ਤੂੰ ਗਿਆਨ ਦੇ ਪ੍ਰਕਾਸ਼ ਵਿੱਚ ਖੜਾ ਹੈ। ਹੁਣ ਨਾ ਤੂੰ ਸੁਣ ਰਿਹਾ ਹੈ, ਨਾ ਦੇਖ ਰਿਹਾ ਹੈ, ਹੁਣ ਤੂੰ ਖੁਦ ਹੀ ਪ੍ਰਕਾਸ਼ ਵਿੱਚ ਡੁੱਬਾ ਹੋਇਆ ਹੈ। ਹੁਣ ਇੰਨਾ ਵੀ ਫਾਸਲਾ ਨਹੀਂ ਕਿ ਸੁਣਨਾ ਜਾਂ ਦੇਖਣਾ। ਹੁਣ ਤੂੰ ਖੁਦ ਹੀ ਗਿਆਨ ਹੁੰਦਾ ਜਾ ਰਿਹਾ ਹੈ, ਲੀਨ ਹੁੰਦਾ ਜਾ ਰਿਹਾ ਹੈ। ਤੂੰ ਪ੍ਰਕਾਸ਼ ਵਿੱਚ ਖੜਾ ਹੈ। ਹੁਣ ਤੂੰ ਤਤਕਸ਼ਾ ਦੀ ਅਵਸਥਾ ਵਿੱਚ ਪਹੁੰਚ ਗਿਆ ਹੈ। ਇਸ ਪ੍ਰਕਾਸ਼ ਦੇ ਛਣ ਵਿੱਚ ਤਤਕਸ਼ਾ ਪ੍ਰਾਪਤ ਹੁੰਦੀ ਹੈ। ਤਤਕਸ਼ਾ ਦਾ ਕੀ ਅਰਥ ਹੈ, ਇਹ ਕੱਲ੍ਹ ਦੀ ਕਥਾ ਵਿੱਚ ਹੋਵੇਗਾ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਉਦੋਂ ਕਰਨਾ ਜੇ ਤੁਹਾਨੂੰ ਪਸੰਦ ਆਵੇ ਤਾਂ। ਸੋ ਧੰਨਵਾਦ ਜੀ। ਬਾਕੀ ਕੱਲ੍ਹ ਤੱਕ ਬਾਏ ਬਾਏ।